वाहिगुरु जी की फतेह। आओ गुरु प्यारे गुरु सवारे सतसंगी जनो, रोजाना की तरह पातशाह जी की अपार कृपा बख्शिश दा सदका अमृत वेले तो लै करके ही पातशाह जी दे चरणा कमलों विखे हाजरियां लवा रहे हो आप जी। अमृत वेले दे नितनेम उपरंत पवित्र आसा जी की वार के शब्द कीर्तन सरबन कर रहे सी। आओ मनोबिरतियां गुरु चरणों नाल जोड़ते हुए गुरु चरणों विखे लवाइए हाजरियां। गुरु का बख्शिया फतेह का नारा करिए बुलंद, उपरंत बाणी दी विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। गुरमुख लिपत रहै संसारे, गुर कै तकिया नाम आधारे। गुरमुख लिपत रहै संसारे, गुर कै तकिया नाम आधारे। गुरमुख जोर करे क्या तिसनो, आपे खप दुख पावनिया। गुरमुख जोर करे क्या तिसनो, आपे खप दुख पावनिया। वाहिगुरु। ये पवित्र वचन तीसरे पातशाह निमाणियां दे मान निताणियां दे ताण न्योटियां दी ओट धन धन साहिब श्री गुरु अमरदास महाराज जी दे उचारण कीते होए जो आप जी ने धन धन श्री गुरु ग्रंथ साहिब महाराज जी दे पवित्र अंग 118 तो सरबन कीते। इन्हां पवित्र वचनां राही धन धन श्री गुरु ग्रंथ साहिब जी महाराज की बख्शिश करते हैं। पिछले दिनी आपां तीसरे पातशाह जी दा शब्द आरंभ किया सी। धन धन श्री गुरु अमरदास महाराज जी ने गुरु की महिमा दसी सी। जदों मैनू गुरु मिलिया, गुरु ने सच्ची सिक्ख्या बख्शिश की, उपदेश बख्शिया हर चेतो अंत होए सिखाई। सिखो हरि नू सिमरना करो। अंत वेले हरि ने ही सहायता करनी है, हरि ने ही तारना है। इस करके आओ ओहो हर अगम अगोचर मन बिरतियां दी पहुँच तो परे, इन्हां इंद्रियां दी पहुँच तो परे सुरत दे नेड़े शब्द जो है परमेश्वर अनाथ, जो किसी का बनाया होया नहीं, जिसका कोई मालक नहीं, पर खुद सब का मालक है। अजोनी 84 लाख जूना तो भी बाहर है। ऐसे परमेश्वर नूं आपां आराधना करिए। महाराज मिलू किवें ते कहंदे गुरु की कृपा नाल। सतगुर कै भाए पावनिया, सतगुर दे प्रेम नाल, सतगुर नाल प्रेम कीतिया। भाव गुरु ही मिला सकता है ऐसे परमेश्वर दे नाल। ते गुरु भी बड़े भागां नाल मिलदा। पहली गल तां गुरु नहीं मिलदा। बड़भागी सतसंगत पावै, भागहीन भरम चोटां खावै। बड़े भागां वाल नाल सतसंग मिलदी है, गुरु मिलदा है।
ਫਿਰ ਉਹ ਮਾਰਗ ਦਰਸ਼ਨ ਕਰਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਗੁਰੂ ਨੂੰ ਮਿਲਣਾ ਕਿੰਨਾ ਜ਼ਰੂਰੀ ਹੈ, ਖੁਦ ਉਹਨਾਂ ਦੇ ਜੀਵਨ ਦਾ ਤਜਰਬਾ ਹੈ। ਫਿਰ ਜਦ ਗੁਰੂ ਮਿਲ ਗਿਆ, ਪੂਰਬਲੇ ਚੰਗੇ ਕਰਮਾਂ ਕਰਕੇ ਪੂਰਬ ਲਿਖਿਆ ਸੋ ਕਰਮ ਕਮਾਇਆ। ਪੂਰਬਲੇ ਚੰਗੇ ਭਾਗਾਂ ਕਰਕੇ ਸਾਨੂੰ ਗੁਰੂ ਦੇ ਘਰ ਵਿੱਚ ਜਨਮ ਹੋਇਆ ਸਾਡਾ। ਪਹਿਲੀ ਗੱਲ ਤਾਂ ਗੁਰੂ ਦੇ ਸਿੱਖਾਂ ਦੇ ਘਰ ਜਨਮ ਹੋਣਾ, ਫਿਰ ਉਸ ਤੋਂ ਬਾਅਦ ਗੁਰੂ ਵਾਲੇ ਬਣਨਾ, ਗੁਰੂ ਦੇ ਲੜ ਲੱਗਣਾ, ਇਹ ਬਹੁਤ ਵੱਡੀ ਗੱਲ ਹੈ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ ਦੇ ਮਹਾਵਾਕ ਅਨੁਸਾਰ। ਜਦੋਂ ਸਤਿਗੁਰੂ ਮਿਲਿਆ ਤਾਂ ਫਿਰ ਉਸ ਦੇ ਨਾਲ ਪਿਆਰ ਪਾਇਆ, ਗੁਰੂ ਦੇ ਨਾਲ ਪ੍ਰੇਮ ਪਾਇਆ। ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾ ਗੁਰ ਪਾਈਐ ਨਾਹੀ, ਸ਼ਬਦੈ ਮੇਲ ਮਿਲਾਵਨਿਆ। ਇਹ ਜਿਹੜਾ ਪਰਮੇਸ਼ਰ ਦਾ ਬਖਸ਼ਿਆ ਗਿਆਨ ਹੈ, ਗੁਰੂ ਦਾ ਗਿਆਨ ਹੈ, ਇਹੋ ਹੀ ਸਾਨੂੰ ਗੁਰੂ ਦੇ ਨਾਲ ਮਿਲਾਉਂਦਾ ਅਤੇ ਗੁਰੂ ਫਿਰ ਅੱਗੇ ਪਰਮੇਸ਼ਰ ਨਾਲ ਮਿਲਾਉਂਦਾ। ਇਸ ਤਰ੍ਹਾਂ ਅਤੇ ਜਿਹੜੇ ਮਿਲ ਗਏ, ਗੁਰੂ ਵਾਲੇ ਬਣ ਗਏ, ਫਿਰ ਉਹਨਾਂ ਦੇ ਜੀਵਨ ਦੀ ਅਵਸਥਾ ਅੱਗੇ ਦੱਸਦੇ ਆ। ਗੁਰਮੁਖ ਅਲਿਪਤ ਰਹਿ ਸੰਸਾਰੇ, ਉਹ ਸੰਸਾਰ ਤੋਂ ਉੱਚੇ ਉੱਠ ਜਾਂਦੇ ਆ। ਅਲਿਪਤ ਨਿਰਲੇਪ ਹੋ ਜਾਣਾ, ਸੰਸਾਰ ਦੇ ਵਿੱਚ ਨਾ ਖਚਿਤ ਹੋਣਾ। ਉਹ ਗੁਰੂ ਵਾਲੇ ਰੱਬ ਦੇ ਪਿਆਰੇ ਆਪਣੇ ਆਪ ਨੂੰ ਸੰਸਾਰ 'ਚੋਂ ਨਿਰਲੇਪ ਕਰਕੇ ਪਰਮੇਸ਼ਰ ਵਿੱਚ ਮਿਲ ਜਾਂਦੇ ਆ। ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ। ਤਕੀਆ ਸ਼ਬਦ ਹੈ ਸਿਰਹਾਣਾ। ਜਿਸ ਤਰ੍ਹਾਂ ਅਸੀਂ ਪਲੰਘੇ ਦੇ ਉੱਤੇ ਸਿਰਹਾਣੇ ਦਾ ਆਸਰਾ ਲੈ ਕੇ ਸੌਂਦੇ ਹਾਂ, ਤਕੀਏ ਦਾ ਦੂਸਰਾ ਅਰਥ ਹੈ ਗੁਰੂ ਦਾ ਆਸਰਾ। ਮੁਸਲਮਾਨੀ ਮੱਤ ਵਿੱਚ ਤਕੀਆ ਜਿਹੜਾ ਹੈ ਸ਼ਬਦ, ਉਹਨਾਂ ਦੇ ਪੀਰਾਂ ਫਕੀਰਾਂ ਦੇ ਆਸਣ ਨੂੰ ਵੀ ਮੰਨਿਆ ਜਾਂਦਾ ਹੈ ਤਕੀਆ। ਤਾਂ ਇੱਥੇ ਸਾਰੇ ਸ਼ਬਦਾਂ ਦਾ ਇੱਕੋ ਨਿਚੋੜ ਨਿਕਲਿਆ ਕਿ ਗੁਰੂ ਦਾ ਆਸਰਾ। ਉਹ ਵੀ ਆਪਣੇ ਪੀਰਾਂ ਦਾ ਆਸਰਾ ਲੈਂਦੇ ਆ, ਪੀਰਾਂ ਦੇ ਅਸਥਾਨ 'ਤੇ ਮੱਥੇ ਟੇਕਦੇ ਆ, ਉਹਨੂੰ ਤਕੀਆ ਕਹਿੰਦੇ ਆ। ਅਤੇ ਗੁਰੂ ਦਾ ਜਿਹੜਾ ਸਿੱਖ ਹੈ ਉਹ ਵੀ ਗੁਰੂ ਦਾ ਆਸਰਾ ਲੈਂਦਾ ਹੈ, ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ। ਗੁਰ ਕੈ ਤਕੀਐ ਨਾਮ ਆਧਾਰੈ, ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਨਾਮ ਦਾ ਆਸਰਾ ਲੈਂਦੇ ਹਨ। ਔਰ ਉਹਨਾਂ ਦਾ ਜੀਵਨ ਜਿਹੜਾ ਪਰਮੇਸ਼ਰ ਦੇ ਆਸਰੇ ਚੱਲਦਾ। ਫਿਰ ਅੱਗੇ ਇੱਕ ਪੰਕਤੀ ਲਿਖੀ ਹੈ ਕਿ ਕਈ ਹੰਕਾਰੀ ਲੋਕ, ਨਿੰਦਕ, ਚੁਗਲਖੋਰ ਉਹਨਾਂ ਦੀ ਬਦਖੋਈ ਕਰਦੇ ਆ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਵਿੱਚ ਵਸੇ ਅਤੇ ਉੱਥੇ ਇੱਕ ਤਪਾ ਸੀ, ਸਾਧ ਸੀ, ਜਿਹੜਾ ਕਿ ਗੁਰੂ ਘਰ ਨਾਲ ਈਰਖਾ ਕਰਨ ਲੱਗ ਪਿਆ। ਖਡੂਰ ਸਾਹਿਬ ਦੇ ਵਿੱਚ ਦੂਜੇ ਪਾਤਸ਼ਾਹ ਜੀ ਦੇ ਨਾਲ ਵੀ ਈਰਖਾ ਕਰਦਾ ਸੀ ਇੱਕ ਤਪਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਆਪਣੇ ਜੀਵਨ ਵਿੱਚ ਹੰਢਾ ਕੇ ਦੇਖਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਵਾਲੇ ਹੁੰਦੇ ਆ ਉਹ ਗੁਰਮੁਖ ਬਣ ਕੇ ਪਰਮੇਸ਼ਰ ਦੇ ਆਸਰੇ ਚੱਲੀ ਜਾਂਦੇ ਆ, ਭਾਵੇਂ ਕੋਈ ਉਹਨਾਂ ਨੂੰ ਕੁਛ ਵੀ ਕਹੀ ਜਾਵੇ। ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖਪ ਦੁੱਖ ਪਾਵਣਿਆ। ਆਪੇ ਖਤਮ ਹੋ ਜਾਂਦੇ ਆ ਉਹ, ਖਪ ਕੇ ਭਾਵ ਜ਼ੋਰ ਲਾ ਕੇ। ਜਿਵੇਂ ਉਸ ਤਪੇ ਨੇ, ਉਸ ਸਾਧ ਨੇ ਸਤਿਗੁਰੂ ਨਾਨਕ ਦੇ ਘਰ ਨੂੰ ਨੀਵਾਂ ਦਿਖਾਉਣਾ ਚਾਹਿਆ,
क्योंकि सतगुरां दे जाण तो पहलां पिंड दे खैरे लोग जिहड़े सन जिमींदार जट वो पिंड वाले सारे उस तपे नूं उस साध नूं मनदे सी। ते जिस वेले गुरु प्यारिओ खडूर साहिब दे विच गुरु अंगद देव जी ने जाके चरण पाए ते गुरु अमरदास जी उन्हां दे सेवक सन। ते एक बार कहंदे औड़ लग गई, मींह ना पिया, फसल सुक्कण लगी। तो पिछले समयां दी तरह उन्हां पिंड वासियां ने जाके जिन्हां दा गोत खैरे सी ज़्यादातर, उन्होंने जाके उस तपे नूं उस साध नूं कहा कि बाबा इतकी मींह नहीं पै रहा, कोई मारो अंतर जंतर मींह पै जावे। वो साध लगदा सीगा उहनूं अज मौका मिलिया ते वो जिमींदार नौजवानां नूं कहण लग्गिया भी असल दे विच ना हुण अपने मींह पैना ही नहीं। क्यों? क्योंकि देखो ना पहलां जिहड़ा साधां दा खाईया सी वो तां गृहस्थी खाण लग पे। वो किवें? हाँ, जिहड़ा अपने पिंड आके लहणा बाबा बन के बैठा, ਉਹਦੀ शादी हुई है, 2 पुत्र है उसदे, ਇਹ ਕੰਮ ਸੀਗਾ ਸਾਡੇ ਵਰਗੇ ਸਾਧਾਂ ਦਾ। ਤੇ ਲਹਿਣਾ ਜਿਹੜਾ ਇੱਥੇ ਗੁਰੂ ਬਣ ਕੇ ਬੈਠ ਗਿਆ ਤੇ ਉਹ ਹੁਣ ਸਾਡਾ ਸਾਧਾਂ ਦੀ ਜਿਹੜੀ ਹੈ ਪੂਜਾ ਅਰਚਨਾ ਉਹ ਖਾਣ ਲੱਗ ਪਿਆ ਤੇ ਆਪਣੇ ਪਿੰਡ ਵਿੱਚ ਹੁਣ ਨਹੀਂ ਮੀਂਹ ਪੈਂਦਾ, ਹੁਣ ਤਾਂ ਸਾਰੇ ਭੁੱਖੇ ਮਰਨਗੇ। ਇਹ ਜਾਣ ਬੁੱਝ ਕੇ ਪਖੰਡੀ ਲੋਕ ਥੋੜ੍ਹਾ ਜਿਹਾ ਡਰਾ ਦਿੰਦੇ ਆ, ਡਰਾ ਕੇ ਫਿਰ ਝਾੜਦੇ ਆ ਨਾ। ਉਹ ਵਿਚਾਰੇ ਡਰ ਗਏ ਪਿੰਡ ਵਾਲੇ, ਕਹਿੰਦੇ ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਵੇਖੋ ਇੱਕ ਜੁਗਤੀ ਮੀਂਹ ਪੈ ਸਕਦਾ ਵੀ ਜਾਂ ਤਾਂ ਉਹਨੂੰ ਜਾ ਕੇ ਕਹੋ, ਜੇ ਉਹਦੀ ਸ਼ਕਤੀ ਹੈ ਤਪੱਸਿਆ ਹੈ ਤਾਂ ਮੀਂਹ ਪਵਾਵੇ। ਜੇ ਉਹਨੇ ਜਵਾਬ ਦੇਤਾ ਵੀ ਮੈਥੋਂ ਮੀਂਹ ਨਹੀਂ ਪੈਂਦਾ ਫਿਰ ਮੈਂ ਪਵਾ ਦੂੰਗਾ, ਉਹਨੂੰ ਪਿੰਡ 'ਚੋਂ ਕੱਢਣਾ ਪਊਗਾ, ਉਹਨੂੰ ਆਪਣੇ ਪਿੰਡ 'ਚੋਂ ਕੱਢ ਦਿਓ। ਕਿਉਂਕਿ ਉਸ ਨੂੰ ਇਹ ਖਿਆਲ ਸੀ ਤਪੇ ਨੂੰ ਬਈ ਜਿਹੜਾ ਸਾਡਾ ਚੜਾਵਾ ਹੈ ਉਹ ਅੱਧਾ ਉੱਧਰ ਜਾਣ ਲੱਗ ਪਿਆ, ਇਸ ਕਰਕੇ ਇਹਨੂੰ ਪਿੰਡ 'ਚੋਂ ਕਢਾਈਏ। ਹੁਣ ਬਹਾਨਾ ਬਣਿਆ ਵਧੀਆ। ਤੇ ਪਿੰਡ ਵਾਲੇ ਨੌਜਵਾਨ ਹੁਣ ਤੁਹਾਨੂੰ ਪਤਾ ਵੀ ਲੋੜ ਕਾਢ ਦੀ ਮਾਂ ਹੈ, ਜਿਹਨੂੰ ਲੋੜ ਪੈਂਦੀ ਉਹ ਕੁਛ ਵੀ ਕਰਦਾ। ਉਹ ਸਾਰਿਆਂ ਦੇ ਮਗਰ ਲਾ ਕੇ ਪਖੰਡੀਆਂ ਦੇ ਕਈ ਵਾਰੀ ਰੱਬ ਦੇ ਪਿਆਰੇ ਨੂੰ ਦੁੱਖ ਦੇ ਦਿੰਦੇ ਆ। ਜੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਉਣੀ, ਇਹ ਵੀ ਤਾਂ ਚੁਗਲਖੋਰਾਂ ਨੇ ਉਸ ਵੇਲੇ ਦੇ ਹਿੰਦੂਆਂ ਨੇ, ਬ੍ਰਾਹਮਣਾਂ ਨੇ ਅਤੇ ਤੁਰਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਸੀ ਵੀ ਇੱਕ ਸਿੱਖ ਹੈ ਇੱਥੇ ਤਾਰੂ ਤੇ ਉਹ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਅਸਲ ਦੇ ਵਿੱਚ ਗੁਰੂ ਘਰ ਦਾ ਲੰਗਰ ਤਾਂ ਸਿੱਖ ਦਾ ਘਰ ਵੀ ਗੁਰੂ ਘਰ ਹੈ, ਹਰ ਥਾਂ 'ਤੇ ਲੰਗਰ ਚੱਲਦਾ। ਅਤੇ ਉਹਨਾਂ ਨੇ ਜਾਣ ਬੁੱਝ ਕੇ ਭਾਈ ਤਾਰੂ 'ਤੇ ਦੋਸ਼ ਲਾਇਆ ਅਤੇ ਮੌਕੇ ਦੀ ਸਰਕਾਰ ਤੋਂ ਉਹਨਾਂ ਦੀ ਜਿਹੜੀ ਹੈ ਬੇਅਦਬੀ ਕਰਵਾਈ, ਉਹਨਾਂ ਦਾ ਸੀਸ ਤੋਂ ਖੋਪੜੀ ਲਾਹ ਦਿੱਤੀ। ਅਤੇ ਬਚਿਆ ਤਾਂ ਫਿਰ ਉਹ ਵੀ ਨਹੀਂ ਦੁਸ਼ਟ ਸੂਬੇਦਾਰ, ਜ਼ੋਰ ਲਾ ਕੇ ਥੱਕ ਗਿਆ, ਭਾਈ ਤਾਰੂ ਸਿੰਘ ਨੂੰ ਹਰਾ ਨਹੀਂ ਸਕਿਆ। ਇਸੇ ਤਰ੍ਹਾਂ ਹੀ ਇਹ ਸਾਧ ਨੇ ਮੌਕਾ ਵੇਖਿਆ ਵੀ ਹੁਣ ਮੌਕਾ ਹੈ ਲਹਿਣੇ ਨੂੰ ਭਾਵ ਗੁਰੂ ਅੰਗਦ ਦੇਵ ਨੂੰ ਪਿੰਡ 'ਚੋਂ ਕਢਾ ਦਈਏ, ਹੁਣ ਫਿਰ ਮੇਰੀ ਪਹਿਲਾਂ ਦੀ ਤਰ੍ਹਾਂ ਪੂਜਾ ਅਰਚਨਾ ਹੋਵੇਗੀ। ਅਤੇ ਉਸ ਨੇ ਗੁਰੂ ਪਿਆਰਿਓ ਗੁਰੂ ਘਰ ਦੀ ਨਿੰਦਿਆ ਕਰਦਿਆਂ ਹੋਇਆਂ ਉਹਨਾਂ ਨੌਜਵਾਨ ਜ਼ਿਮੀਂਦਾਰ ਬੱਚਿਆਂ ਨੂੰ ਭੜਕਾ ਦਿੱਤਾ ਅਤੇ ਉਹ ਸਾਰੇ ਆ ਗਏ ਗੁਰੂ ਘਰ ਖਡੂਰ ਸਾਹਿਬ। ਆ ਕੇ ਕਹਿੰਦੇ ਮਹਾਰਾਜ ਪਿੰਡ ਵਿੱਚ ਮੀਂਹ ਨਹੀਂ ਪੈਂਦਾ, ਕਿਰਪਾ ਕਰੋ ਮੀਂਹ ਪਵਾਓ। ਅਤੇ ਜਾਨੀ ਜਾਨ ਸਤਿਗੁਰਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਸਾਰਾ ਵੀ ਇਹਦਾ ਪਿੱਛੇ ਕੀ ਕਾਰਨ ਹੈ। ਅਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਅਸੀਂ ਤਾਂ ਮੀਂਹ ਪਵਾ ਨਹੀਂ ਸਕਦੇ। ਅਤੇ ਉਹ ਬੱਚੇ ਭੜਕੇ ਹੋਏ ਸੀ ਪਹਿਲੇ ਪਿੰਡ ਦੇ ਨੌਜਵਾਨ ਜ਼ਿਮੀਂਦਾਰ। ਉਹ ਕਹਿੰਦੇ ਜੇ ਤੁਸੀਂ ਮੀਂਹ ਨਹੀਂ ਪਵਾ ਸਕਦੇ ਫਿਰ ਸਾਡਾ ਪਿੰਡ ਛੱਡ ਜਾਓ, ਕਿਤੇ ਹੋਰ ਜਾ ਕੇ ਡੇਰਾ ਲਾਓ। ਸਾਡੇ ਪਿੰਡ ਵਿੱਚ ਔੜ ਲੱਗੀ ਹੈ, ਸਾਡੀਆਂ ਫਸਲਾਂ ਮੱਚੀ ਜਾਂਦੀਆਂ, ਤੁਸੀਂ ਫਿਰ ਜੇ ਸਾਧ ਹੋ ਜਾਂ ਤਾਂ ਮੀਂਹ ਪਵਾਓ ਅਤੇ ਜਾਂ ਚਲੇ ਜਾਓ। ਧੰਨ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਠੀਕ ਆ ਭਾਈ ਅਸੀਂ ਚਲੇ ਜਾਂਦੇ ਹਾਂ।
ਤੇ ਗੁਰੂ ਅੰਗਦ ਦੇਵ ਜੀ ਆਪਣੇ ਸਾਥੀਆਂ ਨੂੰ, ਸੰਗਤਾਂ ਨੂੰ, ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੂੰ ਕਹਿੰਦੇ ਵੀ ਚਲੋ ਭਾਈ ਚੱਲੀਏ, ਆਪਾਂ ਇੱਥੇ ਨਹੀਂ ਰਹਿੰਦੇ। ਤੇ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਹੋਰਾਂ ਦੇ ਨਾਲ ਪਿੰਡ ਵਿੱਚੋਂ ਉੱਠ ਕੇ ਪਰੇ ਦੂਰ ਖੇਤਾਂ ਵਿੱਚ ਜਾ ਬੈਠੇ। ਕਿਸੇ ਖੇਤਾਂ ਵਿੱਚ ਕੋਠਾ ਬਣਿਆ ਸੀ, ਉੱਥੇ ਜਾ ਕੇ ਉਤਾਰਾ ਕਰ ਲਿਆ। ਤੇ ਇਹ ਸਾਰੇ ਫਿਰ ਗਏ ਸਾਧ ਕੋਲੇ, ਬਾਬਾ ਜੀ ਉਹ ਤਾਂ ਪਿੰਡ ਚੋਂ ਕੱਢਤਾ ਸੀ ਤੇ ਹੁਣ ਮੀਂਹ ਪਵਾਓ। ਉਹ ਤਪੇ ਨੇ, ਕਹਿੰਦੇ ਬੜੇ ਜੰਤਰ ਮੰਤਰ ਅੰਦਰ ਬੈਠ ਕੇ ਪੜ੍ਹੇ, ਇੰਦਰ ਦੇਵਤੇ ਦੇ ਕੋਈ ਮੀਂਹ ਨਾ ਪਿਆ। ਤੇ ਅਖੀਰ ਗੁਰੂ ਪਿਆਰਿਓ ਦੁਖੀ ਹੋਏ ਲੋਕ ਸੱਥਾਂ ਵਿੱਚ ਬੈਠੇ ਗੱਲਾਂ ਕਰਦੇ ਵੀ ਹੁਣ ਕੀ ਕਰੀਏ। ਉਹਨਾਂ ਦਿਨਾਂ ਵਿੱਚ ਕਿਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਆਸੇ ਪਾਸੇ ਗਏ ਸੀ ਕਿਧਰੇ ਕੰਮ। ਜਦ 2 ਦਿਨਾਂ ਬਾਅਦ ਵਾਪਸ ਆਏ ਤੇ ਕੀ ਵੇਖਦੇ ਆ, ਗੁਰੂ ਘਰ ਦੇ ਵਿੱਚ ਸੰਗਤ ਨਹੀਂ ਹੈਗੀ, ਗੁਰੂ ਸਾਹਿਬ ਨਹੀਂ ਹੈਗੇ। ਪੁੱਛਿਆ ਕਿਸੇ ਨੂੰ ਵੀ ਗੁਰੂ ਸਾਹਿਬ ਕਿੱਧਰ ਗਏ? ਤਾਂ ਕਿਸੇ ਪਿੰਡ ਵਾਲੇ ਨੇ ਦੱਸਿਆ ਵੀ ਉਹਨਾਂ ਨੂੰ ਪਿੰਡ ਵਾਲੇ ਖਹਿਰਿਆਂ ਨੇ, ਜਿਹੜੇ ਉਹ ਸਾਧ ਦੇ ਸੰਗੀ ਹੈ ਤਪੇ ਦੇ, ਉਹਨਾਂ ਨੇ ਪਿੰਡ ਚੋਂ ਕੱਢਤਾ। ਕਿਉਂ? ਉਹ ਪਿੰਡ ਵਾਲੇ ਕਹਿੰਦੇ ਵੀ ਮੀਂਹ ਪਵਾਓ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਸਾਥੋਂ ਮੀਂਹ ਤਾਂ ਭਾਈ ਪੈਣਾ ਨਹੀਂ ਗਾ। ਤੇ ਉਹਨਾਂ ਦੇ ਸਾਧ ਨੇ ਕਿਹਾ ਜੀ ਜੇ ਮੀਂਹ ਪਵਾਉਂਦਾ ਠੀਕ ਹੈ, ਨਹੀਂ ਉਹਨੂੰ ਪਿੰਡ ਚੋਂ ਕੱਢ ਦਿਓ, ਫਿਰ ਮੈਂ ਪਵਾ ਦੂੰਗਾ। ਕਹਿੰਦੇ ਫਿਰ ਪੈ ਗਿਆ? ਕਹਿੰਦੇ ਨਹੀਂ ਪਿਆ। ਕਹਿੰਦੇ ਇਹ ਤਾਂ ਨਿੱਕੀ ਜਿਹੀ ਗੱਲ ਸੀ। ਉਹ ਮੀਂਹ ਤਾਂ ਗੁਰੂ ਦੇ ਸਿੱਖ ਵੀ ਪਵਾ ਸਕਦੇ ਹੈ, ਤੁਸੀਂ ਇੰਨੀ ਗੱਲ ਤੇ ਗੁਰੂ ਸਾਹਿਬ ਨੂੰ ਪਿੰਡ ਚੋਂ ਜਾਣ ਨੂੰ ਕਹਿਤਾ। ਤੁਹਾਨੂੰ ਮੈਂ ਦੱਸਦਾ ਜੁਗਤੀ, ਮੱਛਾ ਮਾਰੇ ਮੀਂਹ ਪੈ ਜਾਊਗਾ, ਕਿਉਂਕਿ ਇਹ ਲੋੜ ਹੈ ਮਨੁੱਖ ਦੀ, ਜ਼ਿਮੀਂਦਾਰ ਦੀ ਲੋੜ ਹੈ, ਪਾਣੀ ਸਰਦਾ ਹੀ ਨਹੀਂ ਗਾ। ਕਹਿੰਦੇ ਜੀ ਕਿਵੇਂ ਪਊਗਾ? ਕਹਿੰਦੇ ਵੀ ਇੱਦਾਂ ਕਰੋ, ਜੁਗਤੀ ਦੱਸਦਾ ਵੀ ਉਹ ਤਪੇ ਨੂੰ ਆਪਣੇ ਖੇਤਾਂ 'ਚ ਲੈ ਜਾਓ, ਜਿੱਥੇ ਜਿੱਥੇ ਉਹ ਸਾਧ ਦੇ ਚਰਨ ਪੈਣਗੇ ਉੱਥੇ ਉੱਥੇ ਮੀਂਹ ਪੈ ਜਾਊਗਾ। ਇੰਨੀ ਗੱਲ ਕਹਿ ਦਿੱਤੀ ਤੇ ਪਿੰਡ ਵਾਲੇ ਇਕੱਠੇ ਹੋ ਕੇ ਫਿਰ ਉਹਦੇ ਡੇਰੇ 'ਚ ਵਗ ਸਾਧ ਦੇ। ਔਰ ਸਾਧ ਨੂੰ ਕਿਹਾ, ਤਪੇ ਨੂੰ ਕਿਹਾ, ਮਹਾਰਾਜ ਸਾਡੇ ਨਾਲ ਚੱਲੋ, ਖੇਤਾਂ ਵਿੱਚ ਚਰਨ ਪਾਓ, ਤੁਹਾਡੇ ਚਰਨ ਪਾਉਣ ਨਾਲ ਮੀਂਹ ਪੈ ਜਾਊਗਾ। ਅਸਲ ਵਿੱਚ ਉਹ ਸਾਧ ਵਿਹਲੀਆਂ ਖਾ ਪੀ ਕੇ ਐਡਾ ਮੋਟਾ ਹੋ ਗਿਆ ਸੀ ਕਿ ਉਹਨੂੰ ਖੁਦ ਨੂੰ ਤੁਰਨਾ ਵੀ ਔਖਾ ਸੀਗਾ। ਉਹਦੇ ਚੇਲੇ ਬਾਲ ਕੇ ਉਹਦੀਆਂ ਬਾਹਾਂ ਫੜ ਕੇ ਉਹਨੂੰ ਤੋਰ ਕੇ ਇੱਧਰ ਉੱਧਰ ਲੈ ਕੇ ਜਾਂਦੇ ਸੀ ਥੋੜ੍ਹਾ ਬਹੁਤਾ, ਨਹੀਂ ਤਾਂ ਬੈਠਾ ਹੀ ਰਹਿੰਦਾ, ਗੋਹ ਦੀ ਤਰ੍ਹਾਂ ਇੰਨਾ ਫੈਲ ਚੁੱਕਿਆ ਸਰੀਰ ਉਹਦਾ। ਪਹਿਲਾਂ ਤਾਂ ਉਹਨਾਂ ਨੇ ਅੰਦਰੋਂ ਕੁੰਡਾ ਲਾਇਆ ਸੀ, ਵਾਰ ਨਾ ਖੋਲ੍ਹਿਆ, ਅਤੇ ਜਵਾਨਾਂ ਨੇ, ਜ਼ਿਮੀਂਦਾਰਾਂ ਨੇ ਚੂਲ ਲਾਤੀ ਗੇਟ ਦੀ, ਅੰਦਰ ਵੜ ਗਏ। ਚੱਲ ਬਾਬਾ ਖੇਤਾਂ ਵਿੱਚ ਚਰਨ ਪਾ, ਮੈਂ ਸਾਨੂੰ ਪਤਾ ਲੱਗਿਆ ਤੇਰੇ ਚਰਨ ਪੈ ਜਾਣ ਤੇ ਮੀਂਹ ਪੈ ਜਾਊਗਾ। ਹੁਣ ਇਹ ਬਚਨ ਤਾਂ ਗੁਰੂ ਦਾ ਚੱਲਣਾ ਸੀਗਾ, ਅਤੇ ਉਹ ਗੁਰੂ ਪਿਆਰੇ ਉਹ ਸਾਧ ਨੂੰ ਧੱਕੇ ਦੇ ਨਾਲ ਬਾਹਾਂ ਤੋਂ ਫੜ ਕੇ ਤੋਰ ਲਿਆ, ਡੇਰੇ 'ਚੋਂ ਬਾਹਰ ਕੱਢ ਲਿਆ, ਲਿਜਾ ਕੇ ਖੇਤਾਂ ਵਿੱਚ ਚਲੇ ਗਏ। ਹੁਣ ਜਿਹੜੇ ਖੇਤ ਵਿੱਚ ਖੜ੍ਹੇ ਆ ਉਸੇ ਖੇਤ 'ਚ ਹੀ ਮੀਂਹ ਪੈ ਰਿਹਾ, ਕਿਉਂਕਿ ਪਾਤਸ਼ਾਹ ਨੇ ਕਿਹਾ ਜਿੱਥੇ ਉਹਦੇ ਚਰਨ ਪੈਣਗੇ ਉੱਥੇ ਮੀਂਹ ਪੈ ਜਾਊਗਾ। ਹੁਣ ਉਹ ਖੇਤ ਵਿੱਚ ਮੀਂਹ ਪੈ ਰਿਹਾ ਅਤੇ ਵੱਟ ਦੇ ਪਰਲੇ ਪਾਸੇ ਪੈ ਨਹੀਂ ਰਿਹਾ, ਅਤੇ ਪਰਲਾ ਜ਼ਿਮੀਂਦਾਰ ਕਹਿੰਦਾ ਸਾਡੇ ਖੇਤ 'ਚ ਕਰੋ ਯਾਰ, ਹੁਣ ਬਥੇਰਾ ਪੈ ਗਿਆ ਤੁਹਾਡੇ, ਗਾਹਾਂ ਕਰੋ। ਤਾਂ ਉਸ ਨੂੰ ਬਾਹਾਂ ਤੋਂ ਫੜ ਕੇ ਤੇਜ਼ੀ ਦੇ ਨਾਲ ਦੂਜੇ ਖੇਤਾਂ ਵਿੱਚ ਲਿਜਾਂਦੇ ਆ। ਹੁਣ ਜਿਹੜਾ ਕਦੇ ਤੁਰਿਆ ਹੀ ਨਹੀਂ ਸੀ 4 ਕਦਮਾਂ, ਅਤੇ ਉਹਨੂੰ ਅੱਜ ਖਿੱਚ ਖਿੱਚ ਕੇ ਲਿਜਾ ਰਹੇ ਨੇ। ਪਰ ਜਿਹੜੇ ਖੇਤ ਵਿੱਚ ਖੜ੍ਹਦੇ ਨੇ ਉੱਥੇ ਮੀਂਹ ਪੈਂਦਾ, ਦੂਜਿਆਂ 'ਚ ਨਹੀਂ ਪੈਂਦਾ। ਹੁਣ ਤੁਹਾਨੂੰ ਪਤਾ ਵੀ ਪਿੰਡ ਵਿੱਚ ਵੱਡੇ ਚੌਧਰੀਆਂ ਦੀ, ਵੱਡੇ ਘਰਾਂ ਵਾਲਿਆਂ ਦੀ ਚੱਲਦੀ ਹੁੰਦੀ ਆ, ਉਹ ਆਪਦੇ ਖੇਤਾਂ 'ਚ ਲਈ ਫਿਰਦੇ ਆ। ਅਤੇ ਜਿਹੜੇ ਗਰੀਬ ਲੋਕ ਸੀ ਉਹ ਆ ਕੇ ਫਿਰ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਮਹਾਰਾਜ ਸਾਡੇ ਖੇਤਾਂ 'ਚ ਤਾਂ ਮੀਂਹ ਨਹੀਂ ਪਿਆ। ਉਹ ਤਾਂ ਵੱਡੇ ਖੇਤਾਂ ਵਾਲੇ, ਵੱਡੇ ਲੋਕ, ਕੋਠੀਆਂ ਵਾਲੇ ਚੌਧਰੀ ਲੋਕ ਆਪਦੇ ਖੇਤਾਂ 'ਚ ਲਈ ਫਿਰਦੇ ਆ, ਅਤੇ ਨਾਲੇ ਸਾਧ ਤੋਂ ਹੁਣ ਤੁਰਿਆ ਹੀ ਨਹੀਂ ਜਾਂਦਾ ਗਾ, ਸਾਡਾ ਕੀ ਬਣੂਗਾ, ਸਾਡੇ ਤਾਂ ਮੀਂਹ ਪਿਆ ਨਹੀਂ ਗਾ। ਅਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇੱਕ ਪਾਸੇ ਵਹਿੜਕਾ ਜੋੜ ਲਓ, ਇੱਕ ਪਾਸੇ ਪੰਜਾਲੀ 'ਚ ਉਹਨੂੰ ਪਾ ਲਓ, ਅਤੇ ਇਸ ਤਰ੍ਹਾਂ ਲੈ ਜਾਓ ਭਾਈ। ਤੋ ਖੈਰ ਜੋ ਵੀ ਹੋਇਆ ਰਚਨਾ, ਉੱਥੇ ਉਹ ਸਾਧ ਨੂੰ ਖਿੱਚ ਖਿੱਚ ਕੇ ਹੀ ਉਹਨਾਂ ਨੇ ਮਾਰ ਲਿਆ। ਤੁਰਿਆ ਤਾਂ ਜਾਂਦਾ ਨਹੀਂ ਸੀ, ਬਾਹਾਂ ਤੋਂ ਫੜ ਕੇ ਖਿੱਚ ਖਿੱਚ ਕੇ ਲੈ ਕੇ ਜਾਂਦੇ ਸੀ। ਅਖੀਰ
ਉਹ ਤਪਾ ਖਿੱਚੀ ਦਾ ਧੂਈ ਦਾ ਮਰ ਗਿਆ ਤੇ ਮੂਸਲਾਧਾਰ ਮੀਂਹ ਲੈ ਪਿਆ। ਫਿਰ ਸਾਰੇ ਖੇਤਾਂ 'ਚ ਇੰਨਾ ਮੀਂਹ ਪਿਆ ਕਿ ਫਸਲ ਡੁੱਬਣ ਲੱਗੀ। ਫਿਰ ਪਿੰਡ ਵਾਲੇ ਭੱਜ ਕੇ ਆਉਂਦੇ ਆ, ਮਹਾਰਾਜ ਮੀਂਹ ਬੰਦ ਕਰੋ, ਮੀਂਹ ਤਾਂ ਰੁਕਦਾ ਹੀ ਨਹੀਂ, ਹੁਣ ਤਾਂ ਬੰਦ ਕਰੋ ਇਸ ਨੂੰ, ਫਸਲ ਮੱਚ ਜੂਗੀ। ਗੁਰੂ ਅਮਰਦਾਸ ਜੀ ਕਹਿੰਦੇ ਹੁਣ ਇੱਦਾਂ ਕਰੋ ਵੀ ਇਸ ਨੂੰ ਨਾ ਨੱਪ ਦਿਓ, ਹੁਣ ਟੋਹਾ ਪੱਟ ਕੇ ਨਾ ਇਹਦਾ ਸੰਸਕਾਰ ਕਰ ਦਿਓ, ਦਫਨਾ ਦਿਓ ਸਾਧ ਨੂੰ, ਫਿਰ ਹਟ ਜੂਗਾ। ਅਤੇ ਉਹਨਾਂ ਨੇ ਫਟਾਫਟ ਉਹ ਸਰੀਰ ਉਹਦਾ ਇਕੱਠਾ ਕੀਤਾ ਅਤੇ ਕਿਤੇ ਟੋਹਾ ਪੱਟ ਕੇ ਉਸ ਸਾਧ ਨੂੰ ਨੱਪ ਦਿੱਤਾ ਅਤੇ ਫਿਰ ਮੀਂਹ ਬੰਦ ਹੋ ਗਿਆ। ਹੁਣ ਪਿੰਡ ਵਾਲੇ ਸਾਰੇ ਆ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੋਲ, ਅਤੇ ਗੁਰੂ ਅਮਰਦਾਸ ਜੀ ਕਹਿੰਦੇ ਹੁਣ ਤੁਸੀਂ ਤਾਂ ਬਖਸ਼ੇ ਜਾਓਗੇ, ਜਾ ਕੇ ਪਹਿਲਾਂ ਗੁਰੂ ਅੰਗਦ ਦੇਵ ਨੂੰ ਖੇਤਾਂ 'ਚੋਂ ਲੈ ਕੇ ਆਓ, ਜਿਨ੍ਹਾਂ ਨੂੰ ਪਿੰਡ 'ਚੋਂ ਬਾਹਰ ਕੱਢਿਆ। ਫਿਰ ਪਿੰਡ ਵਾਲੇ ਇਕੱਠੇ ਹੋ ਕੇ ਗੁਰੂ ਅਮਰਦਾਸ ਜੀ ਦੇ ਚਰਨੀ ਪਏ ਅਤੇ ਉਹਨਾਂ ਨੂੰ ਕਹਿੰਦੇ ਜੀ ਤੁਹਾਡੇ ਨਾਲ ਚੱਲਦੇ ਆ, ਚਲੋ ਲੈ ਕੇ ਆਈਏ। ਸਤਿਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੂੰ ਨਾਲ ਲੈ ਕੇ ਗਏ। ਜਾ ਕੇ ਗੁਰੂ ਅਮਰਦਾਸ ਨੇ ਮੱਥਾ ਟੇਕਿਆ ਅਤੇ ਗੁਰੂ ਅੰਗਦ ਦੇਵ ਜੀ ਨੇ ਮੂੰਹ ਪਾਸੇ ਕਰ ਲਿਆ। ਇਹਨਾਂ ਨੇ ਉੱਠ ਕੇ ਫਿਰ ਸਾਹਮਣੇ ਪਾਸਿਓਂ ਮੱਥਾ ਟੇਕਿਆ, ਉਹਨਾਂ ਨੇ ਫਿਰ ਤੀਜੇ ਪਾਸੇ ਮੂੰਹ ਕਰ ਲਿਆ। ਅਖੀਰ ਖੜ੍ਹੇ ਰਹੇ ਹੱਥ ਬੰਨ੍ਹ ਕੇ, ਕਹਿੰਦੇ 3 ਘੰਟੇ ਇੱਕ ਪਹਿਰ ਖੜਾਈ ਰੱਖਿਆ। ਇੱਕ ਪਹਿਰ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਉਹ ਬਹਿ ਜਾ ਪੁਰਖਾ, ਖੜ੍ਹੇ ਪਿੰਡੋਂ ਆਇਆ ਤੂੰ, ਬਹਿ ਜਾ। ਬਹਿ ਗਏ। ਕਹਿਣ ਲੱਗੇ ਮੈਨੂੰ ਐਂ ਦੱਸ ਵੀ ਤੂੰ ਉੱਥੇ ਸ਼ਕਤੀ ਕਿਉਂ ਵਿਖਾਈ, ਵੀ ਸਾਡੇ ਕੋਲ ਸ਼ਕਤੀ ਹੈ ਨਹੀਂ ਸੀ, ਅਸੀਂ ਮੀਂਹ ਨਹੀਂ ਪਵਾ ਸਕਦੇ ਸੀ, ਤੂੰ ਕਿਉਂ ਮੀਂਹ ਪਵਾਇਆ ਉੱਥੇ? ਉਹ ਸਾਧ ਨੂੰ ਪਵਾਉਣਾ ਚਾਹੀਦਾ ਸੀ, ਨਾਲੇ ਬਿਨਾਂ ਗੱਲ ਤੋਂ ਸਾਧ ਮਾਰਤਾ। ਤਾਂ ਗੁਰੂ ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਹਾਰਾਜ ਮੈਥੋਂ ਰਿਹਾ ਨਹੀਂ ਗਿਆ, ਤੁਹਾਡੀ ਬੇਅਦਬੀ ਮੈਥੋਂ ਝੱਲੀ ਨਹੀਂ ਗਈ, ਅਤੇ ਮੈਂ ਤਾਂ ਫਿਰ ਕਹਿ ਦਿੱਤਾ। ਅਤੇ ਪਾਤਸ਼ਾਹ ਕਹਿੰਦੇ ਪੁਰਖਾ ਇਹ ਸ਼ਕਤੀ ਐਂ ਨਹੀਂ ਲਾਈ ਦੀ ਹੁੰਦੀ, ਇਹ ਤਾਂ ਪਰਮੇਸ਼ਰ ਦਾ ਨਾਮ ਰੂਪੀ ਸ਼ਕਤੀ ਹੈ, ਇਹ ਤਾਂ ਜੀਵ ਨੇ ਨਾਲ ਲੈ ਕੇ ਜਾਣੀ ਹੈ, ਐਂ ਨਹੀਂ ਕਰਾਮਾਤਾਂ ਵਿਖਾਈ ਦੀਆਂ। ਇਹ 'ਚ ਕੋਈ ਸ਼ੱਕ ਨਹੀਂ, ਗੁਰੂ ਘਰ ਦੇ ਵਿੱਚ ਸ਼ਕਤੀ ਦਾ ਕੋਈ ਅੰਤ ਨਹੀਂ, ਪਰ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਧੱਕਾ ਕੀਤਾ ਉਹ ਬਾਹਲਾ ਚਿਰ ਨਹੀਂ ਬਚੇ। ਅੱਜ ਦਾ ਸ਼ਬਦ ਅਗਲੀ ਪੰਕਤੀ ਇਹੀ ਹੈ, ਗੁਰਮੁਖ ਜੋਰ ਕਰੇ ਕਿਆ ਤਿਸਨੋ। ਗੁਰਮੁਖਾਂ ਦੇ ਉੱਤੇ ਕੋਈ ਧੱਕਾ ਕਰੇ, ਜ਼ੋਰ ਲਾਵੇ, ਆਪੇ ਖਪ ਦੁੱਖ ਪਾਵਣਿਆ, ਉਹ ਆਪੇ ਹੀ ਖਪ ਕੇ ਮਰ ਜਾਂਦੇ ਆ। ਪੁਰਖਾ ਆਪਾਂ ਨੂੰ ਲੋੜ ਨਹੀਂ ਇਹੋ ਜਿਹੇ ਕੰਮ ਕਰਨ ਦੀ, ਜਿਹੜਾ ਗੁਰੂ ਦਾ ਬੁਰਾ ਚਿਤਵੇਗਾ ਉਹ ਆਪੇ ਖਤਮ ਹੋ ਜਾਵੇਗਾ। ਤੋ ਇਸ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਨੂੰ ਮਨਾ ਕਰਕੇ ਪਿੰਡ ਵਾਲੇ ਫਿਰ ਪਿੰਡ 'ਚ ਲੈ ਕੇ ਆਏ। ਤੋ ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ, ਜਿਹੜੀਆਂ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤੀਆਂ। ਅੱਗੇ ਚੱਲ ਕੇ ਮਾਝ ਦੀ ਵਾਰ ਵਿੱਚ ਵੀ ਇਹ ਸਾਰੀਆਂ ਕਹਾਣੀਆਂ ਆਉਣਗੀਆਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਜਿਹੜੇ ਪਰਮੇਸ਼ਰ ਦੇ ਆਸਰੇ ਹੋ ਜਾਂਦੇ ਆ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ 'ਤੇ ਸੂਲੀ ਖਾਨ ਚੜ੍ਹ ਕੇ ਆਇਆ, ਚੰਦੂ ਵਰਗਿਆਂ ਨੇ ਸਿਖਾ ਕੇ ਭੇਜਿਆ। ਪਿਰਥੀ ਚੰਦ, ਚੰਦੂ, ਸੂਲੀ ਖਾਨ, ਇਹ ਤਿੰਨੇ ਭਾਣੇ ਰਲ ਗਏ। ਔਰ ਪਿਰਥੀ ਚੰਦ ਇਸ ਕਰਕੇ ਰਲ ਗਿਆ ਕਿ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ, ਚੰਦੂ ਤਾਂ ਰਲ ਗਿਆ ਉਹਦੀ ਲੜਕੀ ਦਾ ਸਾਕ ਨਹੀਂ ਸੀ ਲਿਆ, ਅਤੇ ਸੂਲੀ ਖਾਨ ਮੌਕੇ ਦਾ ਜਰਨੈਲ ਸੀਗਾ, ਅਫਸਰ ਸੀਗਾ ਰਾਜੇ ਦਾ। ਅਤੇ 5000 ਫੌਜ ਲੈ ਕੇ ਸਤਿਗੁਰੂ ਅਰਜਨ ਦੇਵ ਜੀ ਨੂੰ ਫੜਨ ਵਾਸਤੇ ਆਇਆ। ਪਿਰਥੀ ਚੰਦ ਕਹਿੰਦਾ ਵੀ ਤੂੰ ਮੇਰਾ ਪੱਗ-ਵੱਟ ਭਰਾ ਹੋਇਆ, ਮੈਨੂੰ ਗੱਦੀ ਦਵਾ। ਇਸ ਕਰਕੇ ਉਹ ਫੜਨ ਵਾਸਤੇ ਆਇਆ। ਅਤੇ ਇੱਧਰ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਵੀ ਸੂਲੀ ਖਾਨ ਸਿੱਧਾ ਮੂੰਹ ਕੀਤਾ ਹੋਇਆ ਅੰਮ੍ਰਿਤਸਰ ਵੱਲ, ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਜੀ ਨੂੰ ਫੜਨ ਵਾਸਤੇ ਆ ਰਹੇ, ਤਾਂ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਕੋਈ ਇੰਤਜ਼ਾਮ ਕਰੋ, ਉਹ ਜਿਹੜਾ ਸੂਲੀ ਖਾਨ ਜਹਾਂਗੀਰ ਦਾ ਜਰਨੈਲ ਆ ਉਹ ਤੁਹਾਨੂੰ ਫੜਨ ਵਾਸਤੇ ਆ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਪਾਂ ਕੁਛ ਨਹੀਂ ਕਰਨਾ। ਸੰਗਤਾਂ ਨੇ ਫਿਰ ਸਲਾਹ ਦਿੱਤੀ, ਬੇਨਤੀ ਕੀਤੀ, ਮਹਾਰਾਜ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਕੋਈ ਚਿੱਠੀ ਲਿਖ ਕੇ ਭੇਜੋ, ਪੁੱਛੋ ਉਹਨੂੰ ਕੀ ਗੱਲ ਹੈ, ਬਈ ਤੂੰ ਇੱਧਰ ਮੂੰਹ ਚੱਕਿਆ ਕੀ ਗੱਲ ਹੈ।
ਕਿਵੇਂ ਅੰਮ੍ਰਿਤਸਰ ਵੱਲ ਚੜ੍ਹਾਈ ਕੀਤੀ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਆਪਾਂ ਕੋਈ ਚਿੱਠੀ ਨਹੀਂ ਭੇਜਣੀ। ਦੁਤੀਆ ਮਤਾ ਦੋਏ ਮਨੁੱਖ ਪਹੁੰਚਾਵੋ, ਦੂਸਰੀ ਸਲਾਹ ਦਿੱਤੀ ਫਿਰ 2 ਬੰਦੇ ਭੇਜ ਕੇ ਪੁੱਛੀਏ ਮਹਾਰਾਜ, ਸੈਟੀਸਫਾਈ ਕਰਾਈਏ ਉਹਦੇ ਦਿਮਾਗ ਦੀ, ਇੱਧਰ ਉਹ ਫੌਜ ਲੈ ਕੇ ਆ ਰਿਹਾ। ਪਾਤਸ਼ਾਹ ਕਹਿੰਦੇ ਨਾ, ਆਪਾਂ 2 ਬੰਦੇ ਭੇਜਣੇ ਆ। ਤ੍ਰਿਤੀਆ ਮਤਾ ਕਿਛ ਕਰੋ ਉਪਾਇਆ, ਜੇ ਨਹੀਂ 2 ਬੰਦੇ ਭੇਜਣੇ ਫਿਰ ਤੁਸੀਂ ਕੁਛ ਕਰੋ ਮਹਾਰਾਜ, ਕੋਈ ਇੱਥੋਂ ਕਲਾ ਵਰਤਾਓ ਕਿ ਉਹ ਰਾਹ 'ਚ ਹੀ ਮੁੜ ਜਾਵੇ, ਉਹਦਾ ਮੂੰਹ ਹੋਰ ਪਾਸੇ ਨੂੰ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਆਪਾਂ ਵੀ ਕੁਛ ਨਹੀਂ ਕਰਨਾ। ਤੋ ਇਹ ਕਹਾਣੀ, ਇਹ ਸਾਖੀ ਵੀ ਬਾਣੀ ਸ਼ਬਦ ਵਿੱਚ ਆ ਗਿਆ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੋ ਉਪਾਇਆ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਧਿਆਇਆ, ਆਪਾਂ ਕੁਛ ਨਹੀਂ ਕਰਨਾ, ਬਸ ਪਰਮੇਸ਼ਰ ਦਾ ਸਿਮਰਨ ਕਰੋ। ਤੇ ਸੁਲੀ ਖਾਨ ਚਲੋ ਚਾਲ ਲੈ ਕੇ 5000 ਫੌਜ ਨੂੰ ਆ ਰਿਹਾ। ਤੇ ਪਹਿਲਾਂ ਆਪਦੇ ਦੋਸਤ ਪੱਗਵਟ ਭਰਾ ਪ੍ਰਿਥੀ ਚੰਦ ਕੋਲੇ ਰੁਕਿਆ, ਜਿਸ ਪ੍ਰਿਥੀ ਚੰਦ ਨੂੰ ਇਹਨੇ ਇੱਕ ਪਿੰਡ ਦਿੱਤਾ ਸੀਗਾ। ਪ੍ਰਿਥੀ ਚੰਦ ਕਹਿੰਦਾ ਮੈਨੂੰ ਜੀ ਅੰਮ੍ਰਿਤਸਰ 'ਚੋਂ ਕੱਢਤਾ, ਟਿਕਾਣਾ ਮੇਰਾ ਕੋਈ ਨਹੀਂ। ਤੇ ਇਹਨੂੰ ਕੋਈ ਪਿੰਡ ਮਿਲਿਆ ਸੀਗਾ ਹੇਹਰ, ਤੇ ਹੇਹਰ ਪਿੰਡ ਉਹਨੇ ਪ੍ਰਿਥੀ ਚੰਦ ਨੂੰ ਦੇਤਾ, ਕਹਿੰਦੇ ਤੂੰ ਇੱਥੇ ਵਸ ਜਾ ਯਾਰ। ਔਰ ਪ੍ਰਿਥੀ ਚੰਦ ਉੱਥੇ ਗੁਰੂ ਘਰ ਦੀ ਨਕਲ ਕਰਕੇ, ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਉਹੇ ਜਿਹਾ ਬਣਾਉਣ ਲੱਗਿਆ। ਉਹਨੂੰ ਬਣਾਉਣ ਵਾਸਤੇ ਆਵੇ ਪਾਏ ਹੋਏ ਆ ਇੱਟਾਂ ਦੇ, ਇੱਟਾਂ ਪੱਕ ਰਹੀਆਂ। ਅੱਜ ਕੱਲ੍ਹ ਤਾਂ ਦੂਰੋਂ ਪਤਾ ਲੱਗਦਾ ਵੀ ਇਹ ਭੱਠਾ ਹੈ। ਉਹ ਟਿੱਬੇ ਜਿਹੇ ਬਣਾਏ ਹੁੰਦੇ ਸੀਗੇ, ਆਵੇ ਕਹਿੰਦੇ ਉਹਨਾਂ ਨੂੰ। ਵਿੱਚ ਇੱਟਾਂ ਚਿਣਕੇ ਉੱਤੇ ਲਾਲ ਸਵਾਹ, ਕਾਲੀ ਸਵਾਹ ਪਾ ਦੇਣੀ, ਅਤੇ ਉੱਤੋਂ ਫਿਰ ਗੇਟ ਰੱਖਣੇ ਉਤਲੇ ਪਾਸੇ ਲੱਕੜ ਪਾਉਣ ਵਾਸਤੇ, ਕੋਲਾ ਪਾਉਣ ਵਾਸਤੇ। ਇਉਂ 4 ਛਪੇਰੇ ਪਿੰਡ ਦੇ ਬਾਹਰਲੇ ਪਾਸੇ ਆਵੇ ਪਾਏ ਹੋਏ ਆ। ਅਤੇ ਬਾਹਰੋਂ ਆ ਗਿਆ ਸੁਲੀ ਖਾਨ, ਅਤੇ ਪ੍ਰਿਥੀ ਚੰਦ ਅੱਗੋਂ ਜਾ ਕੇ ਮਿਲਿਆ ਸਰੋਪਾ ਲੈ ਕੇ। ਔਰ ਜਾ ਕੇ ਸੁਲੀ ਖਾਨ ਨੂੰ ਸਰੋਪਾ ਪਾਉਂਦਾ, ਸ਼ੀਸ਼ਾਂ ਦਿੰਦਾ। ਸੁਲੀ ਖਾਨ ਇਸ ਨੂੰ ਗੁਰੂ ਮੰਨਦਾ ਅਤੇ ਹੱਥ 'ਚ ਹੱਥ ਫੜ ਕੇ ਤੁਰ ਪਏ, ਘੋੜੇ ਤੋਂ ਥੱਲੇ ਉਤਰ ਪਿਆ। ਔਰ ਦੋਨੇ ਪੱਗਵਟ ਭਰਾ ਬਣੇ ਹੋਏ ਆ ਨਾ, ਹੱਥ 'ਚ ਹੱਥ ਫੜ ਕੇ ਤੁਰੇ ਆ ਰਹੇ ਆ। ਸੁਲੀ ਖਾਨ ਨੂੰ ਪ੍ਰਿਥੀ ਚੰਦ ਦੱਸਦਾ ਆ ਰਿਹਾ, ਦੇਖੋ ਵੀ ਆਪਾਂ ਵੀ ਉਦੋਂ ਵਧੀਆ ਗੁਰਦੁਆਰਾ ਬਣਾਵਾਂਗੇ, ਸਰੋਵਰ ਪੱਟਿਆ ਗਿਆ, ਇਹਦੇ ਵਿੱਚ ਆਪਾਂ ਹਰਮੰਦਰ ਬਣਾਵਾਂਗੇ। ਹਰਮੰਦਰ ਦੀ ਰੀਸ ਕਰਦਾ ਸੀ। ਅਤੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਆਉਂਦੇ ਆ। ਅਤੇ ਕਰਨੀ ਕੁਦਰਤ ਦੀ, ਪਰਮੇਸ਼ਰ ਦੀ ਐਸੀ ਹੋਈ ਕਿ ਪ੍ਰਿਥੀ ਚੰਦ ਨੂੰ ਬਾਥਰੂਮ ਦਾ ਜ਼ੋਰ ਪੈ ਗਿਆ। ਉਹ ਸੁਲੀ ਖਾਨ ਦਾ ਹੱਥ ਛੱਡ ਕੇ ਕਹਿੰਦਾ ਤੁਸੀਂ ਚਲੋ ਮੈਂ ਆਇਆ, ਬਾਥਰੂਮ 'ਚ ਆਇਆ ਵਾਂ। ਉਹ ਇੱਧਰ ਨੂੰ ਨਿਕਲ ਗਿਆ। ਅਤੇ ਜਦੋਂ ਮਨੁੱਖ ਹੰਕਾਰ ਵਿੱਚ ਹੁੰਦਾ, ਉਹਦੇ ਗਿਆਨ ਇੰਦਰੀ ਕੰਮ ਛੱਡ ਜਾਂਦੇ ਆ। ਇਹਨੂੰ ਬੜਾ ਹੰਕਾਰ ਸੀਗਾ ਕਿ ਮੇਰੇ ਦਿੱਤੇ ਪਿੰਡ ਵਿੱਚ ਕਿੱਡਾ ਸੋਹਣਾ ਗੁਰਦੁਆਰਾ ਬਣ ਰਿਹਾ ਹੈ, ਔਰ ਪ੍ਰਿਥੀ ਚੰਦ ਜਿਹੜਾ ਮੈਂ ਉਹਨੂੰ ਗੁਰੂ ਬਣਾ ਦੇਣਾ, ਅਰਜਨ ਦੇਵ ਨੂੰ ਅੱਜ ਫੜ ਕੇ ਲੈ ਜਾਣਾ। ਪਰ ਇਹਦੀ ਮੱਤ ਮਾਰੀ ਗਈ। ਔਰ ਜਦੋਂ ਉਹਨਾਂ ਟਿੱਬਿਆਂ ਦੇ ਨੇੜੇ ਪਹੁੰਚਿਆ, ਇਹ ਵੇਖਣ ਵਾਸਤੇ ਕਿ ਵੇਖਾਂ ਭਲਾ ਕਿੱਡਾ ਕੁ ਸੋਹਣਾ ਲੱਗਦਾ ਮੇਰਾ ਪਿੰਡ, ਇੱਕ ਆਵੇ 'ਤੇ ਚੜ੍ਹ ਗਿਆ ਛਾਲ ਮਾਰ ਕੇ। ਕਹੋ ਸਤਨਾਮ ਟਿੱਬਾ ਸਮਝ ਕੇ ਵੀ ਟਿੱਬਾ ਹੀ ਆ ਮਿੱਟੀ ਦਾ। ਪਰ ਹੋਇਆ ਕਿ ਉੱਤੇ ਉਹਦੇ ਗੇਟ ਸੀਗੇ ਰੱਖੇ ਹੋਏ, ਮੋਰੇ ਰੱਖੇ ਹੋਏ ਸੀਗੇ। ਅੰਨ੍ਹੇਵਾਹ ਚੜ੍ਹ ਗਿਆ ਛਾਲ ਮਾਰ ਕੇ, ਅਤੇ ਜਾਂਦਿਆਂ ਹੀ ਇੱਕ ਮੋਰੇ 'ਚ ਪੈਰ ਪੈ ਗਿਆ। ਇੱਟਾਂ ਕੱਚੀਆਂ ਚਿਣੀਆਂ ਹੁੰਦੀਆਂ, ਉਹ ਇੱਟਾਂ ਡਿੱਗਣ ਲੱਗੀਆਂ। ਇਹਨੇ ਜ਼ੋਰ ਮਾਰਿਆ ਬਾਹਰ ਨਿਕਲਣ ਨੂੰ, ਅਤੇ ਜ਼ੋਰ ਵੱਜਿਆ ਅੰਦਰ ਨੂੰ, ਇੱਟਾਂ ਡਿੱਗ ਪਈਆਂ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਥੱਲਿਓ ਅੱਗ ਪੈ ਗਈ। ਸਾਡਾ ਸਰੀਰ ਪੈਟਰੋਲ ਵਰਗਾ ਤਾਂ ਹੈਗਾ ਹੀ ਆ ਮਾਸ, ਇਹਨੂੰ ਅੱਗ ਪੈ ਗਈ। ਬੜਾ ਜ਼ੋਰ ਲਾਇਆ, ਹੁਣ ਮੱਚਦੀ ਅੱਗ 'ਚ ਕਿਹੜਾ ਬੜੇ, ਭਾਵੇਂ ਕਿ 5000 ਫੌਜ ਵੀ ਨਾਲ ਸੀ, ਇਹਦਾ ਭਤੀਜਾ ਵੀ ਨਾਲ ਸੀ, ਹੋਰ ਵੀ ਬਹੁਤ ਸਾਰੇ ਅਹਿਲਕਾਰ ਨਾਲ ਸੀ। ਪਰ ਕੋਈ ਵੀ ਇਹਨੂੰ ਅੱਗ 'ਚੋਂ ਬਚਾਉਣ ਵਾਸਤੇ ਅੱਗੇ ਨਾ ਵਧਿਆ। ਲਾਟਾਂ ਨਿਕਲ ਗਈਆਂ। ਅਤੇ ਗੁਰੂ ਪਿਆਰਿਓ ਇਸ ਤਰ੍ਹਾਂ ਇਹ ਸੁਲੀ ਖਾਨ ਜਿਹੜੇ ਮੁਸਲਮਾਨ ਹੈ, ਇਹ ਤਾਂ ਮਰੇ ਹੋਏ ਨੂੰ ਵੀ ਨੱਪਦੇ, ਅੱਗ 'ਚ ਨਹੀਂ ਪਾਉਂਦੇ, ਇਹ ਤਾਂ ਜਿਉਂਦਾ ਹੀ ਸੜ ਕੇ ਮਰ ਗਿਆ। ਇਸ ਕਰਕੇ ਇਹਦੀ ਇਹ ਮੌਤ ਬੜੀ ਭਿਆਨਕ ਹੋਈ, ਬੜੀ ਭੈੜੀ ਹੋਈ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ। ਇਹਦੀ ਮੌਤ ਨਾਪਾਕ ਭਾਵ ਮਾੜੀ ਮੌਤ ਹੈ। ਮੁਸਲਮਾਨਾਂ ਦੀ ਸੋਚ ਮੁਤਾਬਕ ਜਿਉਂਦਾ ਹੀ ਅੱਗ ਵਿੱਚ ਸੜ ਗਿਆ।
ਕਿਸੇ ਨੇ ਆ ਕੇ ਪੰਜਵੇਂ ਪਾਤਸ਼ਾਹ ਨੇ ਦੱਸਿਆ ਮਹਾਰਾਜ ਜੀ ਸੂਲੀ ਖਾਨ ਤਾਂ ਰਾਹ 'ਚ ਹੀ ਮਾਰਿਆ ਗਿਆ। ਆਹ ਗੱਲ ਬਣੀ। ਕਹਿੰਦੇ ਭਾਈ ਇਹ ਵੀ ਉਹਦੀ ਮੌਜ ਹੈ, ਆਪਾਂ ਕੁਛ ਨਹੀਂ ਕੀਤਾ, ਨਾ ਆਪਣੀ ਮਰਜ਼ੀ ਸੀ। ਤੇ ਫਿਰ ਉੱਥੇ ਬਿਲਾਵਲ ਮਹੱਲਾ ਪੰਜਵਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ न ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ। ਕੁਠਾਰ ਦੇ ਦੋ ਅਰਥ ਹੈ, ਇੱਕ ਤਾਂ ਹੈ ਕੁਹਾੜਾ, ਤੇ ਗੰਡਾਸੀ ਉਹਦੇ ਕਮਰ ਕਸੇ ਵਿੱਚ ਸੀਗੀ। ਜਿਸ ਵੇਲੇ ਉਹ ਧਸਣ ਲੱਗਿਆ ਇੱਟਾਂ ਵਿੱਚ, ਤੇ ਉਹਦਾ ਗੰਡਾਸੀ ਦਾ ਬਾਹਾਂ ਜਿਹੜਾ ਇੱਟ ਨਾਲ ਲੱਗਿਆ, ਉਹ ਉੱਚੀ ਉੱਠੀ ਤੇ ਧੌਣ ਤੇ ਫਿਰ ਗਈ, ਸਾਹ ਨਾੜੀ ਵੱਢੀ ਗਈ। ਕਹੋ ਸਤਨਾਮ ਸ੍ਰੀ, ਕਿਤੇ ਬਚ ਹੀ ਨਾ ਜਾਵੇ। ਪਰਮੇਸ਼ਰ ਨੇ ਵੇਖਿਆ ਹੁਣ ਇਸ ਨੂੰ ਛੱਡਣਾ ਨਹੀਂ। ਤੇ ਕੁਠਾਰ ਦਾ ਦੂਜਾ ਅਰਥ ਹੈ ਕੁਠਾਲਾ। ਇੱਕ ਸੁਨਿਆਰ ਕੋਲੇ ਹੁੰਦਾ, ਉਹ ਸੋਨਾ ਢਾਲਦਾ, ਉਹਨੂੰ ਕੁਠਾਲੀ ਕਹਿੰਦੇ ਆ। ਤੇ ਜਿੱਥੇ ਗੋਬਿੰਦਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਲੋਹਾ ਢਲਦਾ, ਉੱਥੇ ਵੱਡੇ ਵੱਡੇ ਕੁਠਾਲੇ ਹੁੰਦੇ ਆ। ਤਾਂ ਇਹ ਭੱਠਾ ਮਾਨੋ ਆਵਾ ਮਾਨੋ ਕੁਠਾਲਾ ਬਣ ਗਿਆ, ਉਹਦੇ ਵਿੱਚ ਹੀ ਸੜ ਗਿਆ। ਕਾਢ ਕੁਠਾਰ ਖਸਮ ਸਿਰ ਕਾਟਿਆ। ਉਹ ਗੰਡਾਸੀ ਨੇ ਧੌਣ ਵੱਢ ਦਿੱਤੀ, ਤੇ ਉਸ ਕੁਠਾਲੇ ਵਿੱਚ ਭਾਵ ਉਸ ਆਵੇ ਵਿੱਚ ਇਹ ਲੋਹੇ ਦੀ ਤਰ੍ਹਾਂ ਢਲ ਗਿਆ, ਸੋਨੇ ਦੀ ਤਰ੍ਹਾਂ ਇੱਦਾਂ ਢਲ ਕੇ ਖਸਮ ਹੋ ਗਿਆ। ਕਾਢ ਕੁਠਾਰ ਖਸਮ ਸਿਰ ਕਾਟਿਆ, ਜਿਨ ਰਚਿਆ ਤਿੰਨ ਦੀਨਾ ਧਾਕ। ਜਦੋਂ ਪੁੱਠੀ ਮੱਤ ਹੁੰਦੀ ਹੈ ਨਾ, ਫਿਰ ਜਿਸ ਰੱਬ ਨੇ ਮਨੁੱਖ ਨੂੰ ਬਣਾਇਆ ਉਸੇ ਨੂੰ ਖਾਤਮੇ ਵੱਲ ਵੀ ਤੋਰ ਲੈਂਦਾ। ਪੰਗਤੀ ਪੜ੍ਹੀ ਸੀ ਆਪਾਂ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੁੱਪ ਦੁੱਖ ਪਾਵਨਿਆ। ਜੇ ਕੋਈ ਰੱਬ ਦੇ ਪਿਆਰਿਆਂ ਨਾਲ ਧੱਕਾ ਕਰਦਾ ਤੇ ਆਪੇ ਹੀ ਸੜ ਕੇ ਸਵਾਹ ਹੋ ਜਾਂਦੇ ਆ, ਖੱਪ ਕੇ ਮਰ ਜਾਂਦੇ ਆ। ਜ਼ੋਰ ਲਾਉਂਦੇ ਲਾਉਂਦੇ ਆ ਸਿੱਖੀ ਨੂੰ ਖਤਮ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਤੋਂ ਜ਼ੋਰ ਲੱਗਦਾ ਆ ਰਿਹਾ। ਉਹਨਾਂ ਨੇ ਵੀ ਜ਼ੋਰ ਲਾਇਆ ਸਿੱਖੀ ਨੂੰ ਖਤਮ ਕਰਨ ਵਾਸਤੇ। ਉਸ ਤੋਂ ਬਾਅਦ ਅੰਗਰੇਜ਼ ਵੀ ਆਏ। ਉਸ ਤੋਂ ਬਾਅਦ ਅੱਜ ਦੇ ਕਾਲੇ ਅੰਗਰੇਜ਼ ਸਾਡੇ ਇਹਨਾਂ ਦੇਸ਼ ਦੇ ਵਾਸੀ ਜਿਹੜੀਆਂ ਸਰਕਾਰਾਂ, ਉਹ ਵੀ ਸਿੱਖੀ ਨੂੰ ਖਤਮ ਕਰਨ 'ਤੇ ਜ਼ੋਰ ਲੱਗੀਆਂ ਹੋਈਆਂ। ਪਰ ਗੁਰੂ ਪਾਤਸ਼ਾਹ ਲਿਖ ਗਏ, ਆਪੇ ਖੱਪ ਦੁੱਖ ਪਾਵਣਿਆ। ਇਹ ਆਪੇ ਖੱਪ ਕੇ ਮਰ ਜਾਂਦੇ ਹਨ ਜਿਹੜੇ ਗੁਰਮੁਖਾਂ 'ਤੇ ਨਾਮ ਜਪਣ ਵਾਲੀਆਂ ਰੂਹਾਂ 'ਤੇ ਧੱਕਾ ਕਰਦੇ ਆ। ਕਹੋ ਸਤਨਾਮ ਸ੍ਰੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਮਗਰ ਲੱਗੇ। ਗੁਰੂ ਸਾਹਿਬ ਨੂੰ ਫੜਨ ਵਾਸਤੇ ਔਰੰਗਜ਼ੇਬ ਨੇ ਜ਼ੋਰ ਲਾ ਲਿਆ। ਅਖੀਰ ਜ਼ਫਰਨਾਮਾ ਸੁਣਦਾ ਹੋਇਆ ਗੁਰੂ ਪਿਆਰਿਓ ਤੜਫ ਤੜਫ ਕੇ ਮਰਿਆ। ਜਿਹੜੀ ਉਹਦੀ ਇੱਛਾ ਸੀਗੀ ਸੰਸਾਰ ਨੂੰ ਸਾਰੇ ਨੂੰ ਮੁਸਲਮਾਨ ਬਣਾਉਣ ਦੀ, ਉਹ ਪੂਰੀ ਨਹੀਂ ਹੋਈ। ਕਹੋ ਸਤਨਾਮ ਸ੍ਰੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਹਨ, ਸਤਿਗੁਰ ਸਾਚੀ ਸਿੱਖ ਸੁਨਾਈ, ਹਰ ਚੇਤੋ ਅੰਤ ਹੋਏ ਸਖਾਈ। ਹਰੀ ਨੂੰ ਸਿਮਰਿਆ ਕਰੋ, ਉਹੀ ਸਹਾਇਤਾ ਕਰਦਾ ਹੈ ਅਖੀਰ ਤੇ ਜੇ ਕੋਈ ਉਹਨਾਂ ਦੇ ਨਾਲ ਧੱਕਾ ਕਰਦਾ ਨਾਮ ਜਪਣ ਵਾਲਿਆਂ ਨਾਲ, ਗੁਰਮੁਖ ਲਿਪਤ ਰਹੇ ਸੰਸਾਰੇ, ਜਿਹੜੇ ਸੰਸਾਰ ਤੋਂ ਨਿਰਲੇਪ ਹੋ ਕੇ ਰੱਬ ਨਾਲ ਇਕਮਿਕ ਹੋ ਜਾਂਦੇ ਨੇ। ਗੁਰ ਕੈ ਤਕੀਐ ਨਾਮ ਆਧਾਰੇ, ਗੁਰੂ ਦੇ ਆਸਰੇ ਚੱਲਦੇ ਆ। ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੱਪ ਦੁੱਖ ਪਾਵਣਿਆ। ਮਨ ਮੁਖ ਅੰਧੇ ਸੁਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਆਤਮ ਘਾਤ ਕਰਨਾ, ਆਪਣੇ ਆਪ ਨੂੰ ਮਾਰਨਾ। ਜਿਵੇਂ ਸੁਲੀ ਖਾਨ ਨੇ ਆਪਣੇ ਆਪ ਨੂੰ ਆਤਮ ਘਾਤ ਕਰ ਲਿਆ। ਚੱਲਿਆ ਤਾਂ ਗੁਰੂ ਸਾਹਿਬ ਨੂੰ ਫੜਨ ਵਾਸਤੇ ਸੀ, ਪਰ ਅਸਲ ਦੇ ਵਿੱਚ ਇਹੋ ਜਿਹੇ ਲੋਕ ਆਪਣੀਆਂ ਜੜ੍ਹਾਂ 'ਚ ਆਪੇ ਹੀ ਤੇਲ ਪਾ ਲੈਂਦੇ ਆ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਤਾਂ ਕਿਲ੍ਹਾ ਛੱਡਿਆ ਨਹੀਂ ਸੀ ਅਨੰਦਪੁਰ ਸਾਹਿਬ ਦਾ। ਸਿੰਘਾਂ ਨੂੰ ਬਹੁਤ ਕਿਹਾ ਵੀ ਨਹੀਂ ਛੱਡਣਾ, ਪਰ ਇਹਨਾਂ ਦੁਸ਼ਟਾਂ ਨੇ ਸੌਹਾਂ ਪਾਈਆਂ। ਪਹਾੜੀ ਰਾਜਿਆਂ ਨੇ, ਹਿੰਦੂ ਰਾਜਿਆਂ ਨੇ, ਇਹਨਾਂ ਭੀਮ ਚੰਦ ਵਰਗਿਆਂ ਨੇ, ਇਹ ਆਪਣੇ ਆਪ ਨੂੰ ਬ੍ਰਾਹਮਣ ਕਹਾਉਂਦੇ ਸੀ। ਇਹਨਾਂ ਨੇ ਗਊ ਦੀਆਂ ਕਸਮਾਂ ਪਾਈਆਂ। ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀਆਂ ਥਾਲੀ ਦੇ ਵਿੱਚ ਗਊ ਬਣਾ ਕੇ ਆਟੇ ਦੀ, ਵਿੱਚ ਇੱਕ ਗੁਰੂ ਪਿਆਰਿਓ ਗੋਲ ਪੱਥਰ ਰੱਖ ਕੇ, ਜਿਹਨੂੰ ਇਹ ਠਾਕਰ ਕਹਿੰਦੇ ਨੇ, ਉਹ ਵਿੱਚ ਰੱਖ ਕੇ ਉਹਨਾਂ ਨੇ ਸੌਹਾਂ ਪਾਈਆਂ ਵੀ ਤੁਸੀਂ ਇੱਕ ਵਾਰੀ ਕਿਲ੍ਹਾ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਦੂਜੇ ਪਾਸੇ ਨਾਲ ਤੁਰਕਾਂ ਦੀ ਫੌਜ ਸੀ ਔਰੰਗਜ਼ੇਬ ਦੀ, ਉਹਨਾਂ ਨੇ ਕੁਰਾਨ ਦੀਆਂ ਸੌਹਾਂ ਪਾ ਕੇ ਚਿੱਠੀਆਂ ਲਿਖ ਕੇ ਭੇਜੀਆਂ ਬਕਾਇਦਾ, ਬਈ ਤੁਸੀਂ ਕਿਲ੍ਹਾ ਛੱਡ ਕੇ ਜਿੱਧਰ ਮਰਜ਼ੀ ਚਲੇ ਜਾਓ, ਅਸੀਂ ਸਾਨੂੰ ਕੁਛ ਨਹੀਂ ਕਹਾਂਗੇ, ਅਸੀਂ ਮੂੰਹ ਦਿਖਾਉਣ ਜੋਗੇ ਹੋ ਜਾਵਾਂਗੇ ਔਰੰਗਜ਼ੇਬ ਨੂੰ ਵੀ ਅਸੀਂ ਉਹਨਾਂ ਨੂੰ ਅਨੰਦਪੁਰ 'ਚੋਂ ਕੱਢਤਾ।
गुरु साहब ने ਸਿੰਘਾਂ ਨੂੰ ਕਿਹਾ ਵੀ ਆਪਾਂ किला नहीं छड्डना, पर जद इन्हां ने बाहला जोर पाया, सौहां पा पा के ਸਿੰਘ भी मगर लग गए, माता गुजरी जी भी जोर पाउण लगे तो पातशाह ने किला छड़ दिता इन्हां दे कहण ते। फिर बस किले चों बाहर निकल लई, इन्हां ने दोबारा हमला करता तो गुरु पातशाह जी कहंदे इन्हां ने सौहां पा के तोड़ियां, इन्हां दा हुण जल्दी ही तेज प्रताप खत्म हो जाना, कोई सत ये बचणगे नहीं। हुण इन्हां ने कसमां खाधियां अपने धर्म दियां, अपने धर्म नूं झूठा भी कीता मुड़ के, और इन्हां ने कसमां तोड़ करके साडे ते हमला किया। तुरकां ने, पहाड़ी राजियां ने, हिंदू राजियां ने, इस करके इन्हां दा खात्मा जल्दी हो जाएगा। आपे खप दुख पावने। अखीर अज कित्थे उन्हां मुगलों का राज जिहड़े कहंदे सी असीं सारे संसार नूं मुसलमान बना देना। अज भी बहुत लोग ऐसे आ तवस्वी जिहड़े कहंदे संसार नूं भगमा ही भगमा कर देना, ये रंग बरंगे नूं इक्को रंग दे देना। ये नहीं हो सकदा। जे परमेश्वर ने जिहो जिहा बनाया इनू उहो जिहा ही रहना चाहिए। कहो सतनाम सी। जो परमेश्वर ने रंग बिरंगा बनाया है, बांके बंगाली हैं कि दिल्ली के दिलवाली हैं, सब तेरी आज्ञा में चलत है। इस तरह रंगी रंगी भांति कर कर जिनसी माया जिन उपाई, कर कर वेखा कीता अपना जिव तिस दी वडियाई, जो तिस भावै सोई करसी। बंदे दी की ताकत है कि परमेश्वर के हुक्म की उल्ट चल के मर्जी कर लवे। बहुतियां ने मर्जी की अज तक। प्रीतम जी कहते आत्म घाती है जगत कसाई। ये संसार जिहड़ा है ऐसा है जदों रब दे प्यारियां ते हमला करदा, क्योंकि इत्थे घटना जिहड़ी गुरु अंगद देव जी दे नाल ओ तपे ने कीती सी, उस करके पातशाह नूं इह नाल शब्द भी उचारना पिया। गुरमुख लिप्त रहे संसारे, गुर कै तकीयै नाम आधारे। गुरमुख जोर करे क्या तिसनो आपे खप, दुख पावनिया मनमुख अंध करे। मनमुख अंधे सुध न काई। जिवें सुली खान नूं सुध नहीं रही, छाल मार के चढ़ गया टिब्बे ते, टिब्बा समझ के, पर सी उहदे विच अग। मनमुख अंधे शुद्ध न काई, आत्म घाती है जगत कसाई। निंदा कर कर वह भार उठावे। रब दे प्यारियां दी निंदा, जिहड़े सच नाल जुड़े हुए ने, बिना वेखे बिना परखे बिना सोचे बिना समझे जिहड़े उन्हां नूं माड़ा कहिंदे आ। सतगुर सबना दा भला मनाएंदा, तिस दा बुरा क्यों होए। निंदा कर कर वो भार उठावे। वो निंदा कर करके अपने सिर ते दोषां दा भार चक लैंदे आ। बिन मजूरी भार पहुँचावने आ। बिना मजदूरी तो ही वो दूसरिਆਂ ਦੇ ਔਗਣ ਚੱਕੀ ਜਾਂਦੇ ਆ, ਜਿਨ੍ਹਾਂ ਵਿੱਚ ਔਗਣ ਵੀ ਨਹੀਂ ਹੁੰਦੇ ਉਹਨਾਂ ਦੀ ਨਿੰਦਾ ਤਾਂ ਬਹੁਤ ਮਾੜੀ ਆ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ ਆ। ਕਬੀਰ ਸਾਹਿਬ ਜੀ ਦੀ ਵੀ ਨਿੰਦਿਆ ਬੜੀ ਕੀਤੀ ਦੁਨੀਆ ਨੇ। ਕਬੀਰ ਸਾਹਿਬ ਆਪਣੀ ਭਗਤੀ ਵਿੱਚ ਵੀ ਲੱਗੇ ਰਹਿੰਦੇ, पर कबीर साहब रविदास भगत जी जां होर इन्हां दे समकाली भगत जिहड़े परमेश्वर का नाम जपदे सीगे, इन्हां नूं रोकण वास्ते उस मौके दीयां सरकारां, मुगल सरकारां भी लगियां होईयां सी, ते उस मौके दे ओ लोक जिहड़े अपने आप नूं अखौती धर्म दे मुखी समझदे सन, ब्राह्मण लोक, वो भी इन्हां भगतां दे एंटी चल के सरकारां कोले शिकायतां करनियां जी रविदास नूं भगती करन दा हुक्म नहीं है, ਉਹਨੂੰ ਰੋਕਿਆ ਜਾਵੇ ਮੰਦਰ ਜਾਣ ਤੋਂ। ਕਬੀਰ ਜੁਲਾਹਾ ਹੈ, ਉਸ ਨੂੰ ਭਗਤੀ ਕਰਨ ਤੋਂ ਰੋਕਿਆ ਜਾਵੇ। ਭਗਤੀ ਦਾ ਹੁਕਮ ਕੇਵਲ ਸਾਨੂੰ ਬ੍ਰਾਹਮਣਾਂ ਨੂੰ ਹੈ। ਤੇ ਉਸ ਮੌਕੇ ਦੇ ਰਾਜਿਆਂ ਨੇ ਇਹਨਾਂ ਲੋਕਾਂ ਦੇ ਮਗਰ ਲਾ ਕੇ ਵੀ ਤਸੀਹੇ ਦਿੱਤੇ ਭਗਤਾਂ ਨੂੰ, ਪਰ ਭਗਤ ਜੀ ਆਪਣੀ ਭਗਤੀ ਵਿੱਚ ਮਸਤ ਰਹਿੰਦੇ। निंदो निंदो मोको लोग निंदो, निंदा जन को खरी प्यारी। निंदा बाप निंदा महतारी, निंदा होए तो बैकुंठ जाइए। निंदा करे सो हमारा मीत, निंदक माहे हमारा चीत। इत्थे चोट कीती है, चंगा नहीं कहा, मित्र नहीं कहा। निंदा करने वाले नूं चोट करके कहा है। निंदा करे सो हमारा मीत, कहते निंदक तो साडे बिना लोड़ तो ही, बिना पैसिਆਂ तो ही साडे कपड़े धोई जाता, साबण लाई जाता। माड़ी मोटी गलती हुई है तो वह भी कहते धोती जानी है। इन्हां दी निंदा करन दे नाल निंदा चंगी नहीं है। खैर प्रीतम जी कहते
ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਨਜ਼ੂਰੀ ਭਾਰ ਪਹੁੰਚਾਵਣਿਆ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ। ਹੁਣ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ, ਮਾਲੀ ਹੈ ਜਿਹੜਾ ਕਿਸੇ ਬਾਗ ਦਾ, ਉਹਨੂੰ ਪਤਾ ਹੈ ਆਪਣੇ ਪੌਦਿਆਂ ਵਿੱਚੋਂ ਕਿੱਥੇ ਕਾਂਗ ਆ ਰਹੀ ਹੈ ਅਤੇ ਕਿੱਥੇ ਫਲ ਹੈ। ਉਸ ਨੇ ਆਪੇ ਸੰਭਾਲ ਲੈਣਾ। ਇਸ ਕਰਕੇ ਸਤਿਗੁਰੂ ਅਮਰਦਾਸ ਜੀ ਕਹਿੰਦੇ ਸੰਸਾਰ ਜਿਹੜਾ ਇੱਕ ਬਾਗ ਹੈ, ਪਰਮੇਸ਼ਰ ਇਹਦਾ ਮਾਲੀ ਹੈ। ਸਦਾ ਸੰਭਾਲੇ ਕੋ ਨਾਹੀ ਖਾਲੀ। ਉਹ ਕੱਲੇ ਕੱਲੇ ਨੂੰ ਵੇਖਦਾ ਹੈ, ਉਹ ਸਭ ਦੇ ਅੰਦਰ ਤੱਕ ਦੀ ਗੱਲ ਜਾਣਦਾ ਹੈ। ਜੇ ਹੀ ਵਾਸ਼ ਨਾ ਪਾਏ ਤੇ ਹੀ ਵਰਤੈ। ਤੇ ਜਿਹੋ ਜਿਹੇ ਬੰਦੇ ਦੇ ਖਿਆਲ ਹੁੰਦੇ ਨਾ, ਉਹਨੂੰ ਉਹੋ ਜਿਹਾ ਫਲ ਦੇ ਦਿੰਦਾ। ਵਾਸ਼ਨਾ ਹੁੰਦੀ ਹੈ ਸੁਰਤ ਵਿੱਚ ਖਿਆਲ, ਜਿਹੋ ਜਿਹੇ ਬੰਦੇ ਦੀ ਸੋਚ ਹੁੰਦੀ ਹੈ ਪਰਮੇਸ਼ਰ ਉਹਨੂੰ ਉਹੋ ਜਿਹਾ ਦੇ ਦਿੰਦਾ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ। ਭਾਵ ਉਹ ਸਭ ਨੂੰ ਸਭ ਕੁਝ ਦੇਣ ਜਾਣਦਾ, ਜਿਹੜਾ ਜੋ ਮੰਗਦਾ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁੱਖ ਹੋਏ। ਜੇ ਪਹਾੜੀਏ ਤੁਰਕ ਚੜ੍ਹ ਕੇ ਆਏ ਤੇ ਗੁਰੂ ਸਾਹਿਬ ਨੇ ਜੰਗ ਦੇ ਦਿੱਤਾ, ਜੰਗ ਕਰਨ ਆਏ। ਤੇ ਜੇ ਉਹਨਾਂ ਨੇ ਕਿਤੇ ਆ ਕੇ ਸੰਧੀ ਦੀ ਗੱਲ ਕੀਤੀ ਭੀਮ ਚੰਦ ਵਰਗੇ ਪਹਾੜੀ ਰਾਜਿਆਂ ਨੇ, ਤੇ ਪਾਤਸ਼ਾਹ ਜੀ ਨੇ ਮਾਫ ਕਰਤਾ। ਚੰਗਾ ਭਾਈ, ਚੰਗੇ ਰਹੋਗੇ ਜੇ ਹਾਂ ਚੱਲੋਗੇ, ਪਰ ਅੱਗੇ ਜਾ ਕੇ ਫਿਰ ਵਿਗੜ ਜਾਣਾ। ਤੁਰਕਾਂ ਦੇ ਮਗਰ ਲੱਗ ਕੇ, ਮੁਗਲਾਂ ਦੇ ਮਗਰ ਲੱਗ ਕੇ। ਪਾਤਸ਼ਾਹ ਜੀ ਕਹਿੰਦੇ ਜਿਹੋ ਜਿਹੀ ਬੰਦੇ ਦੀ ਸੋਚ ਹੁੰਦੀ ਹੈ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾਵਣਿਆ। ਤਾਂ ਭਾਵ ਮਨੁੱਖ ਦੀ ਸੋਚ ਦੇ ਮੁਤਾਬਕ ਹੀ ਉਹਦਾ ਜੀਵਨ ਬਣ ਜਾਂਦਾ ਹੈ। ਮਨ ਮੁਖ ਰੋਗੀ ਹੈ ਸੰਸਾਰਾ। ਇਹ ਮਨ ਮਗਰ ਲੱਗਣ ਕਰਕੇ ਜਿਹੜਾ ਹੈ ਸੰਸਾਰ ਰੋਗੀ ਹੈ, ਦੁਖੀ ਹੈ। ਸੁਖ ਦਾਤਾ ਵਿਸਰਿਆ ਅਗਮ ਅਪਾਰ। ਉਹ ਸੁਖ ਦਾਤੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਇਸੇ ਕਰਕੇ ਹੀ ਤਾਂ ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਸਾਰੀ ਜ਼ਿੰਦਗੀ ਇਸ ਸੰਸਾਰ ਦੇ ਲੋਕਾਂ ਦੀ ਇਸੇ ਤਰ੍ਹਾਂ ਬਿਲਕਦਿਆਂ ਲੰਘ ਜਾਂਦੀ ਹੈ, ਕਿਉਂਕਿ ਪਰਮੇਸ਼ਰ ਦੇ ਹੁਕਮ ਅੰਦਰ ਨਹੀਂ ਚੱਲਦਾ ਮਨੁੱਖ। ਜਗ ਜੀਵਨ ਪੁਰਖ ਤਿਆਗ ਕੈ, ਮਾਨ ਸੰਧੀ ਆਸ। ਦੋਐ ਭਾਏ ਬਗੁਚੀਐ, ਗਲ ਪਈ ਸੋ ਜਮ ਕੀ ਪਾਸ। ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਮੱਥਾ ਦੇ ਦੋ ਅਰਥ ਹੈ। ਇੱਕ ਦਾ ਮੱਥੇ ਦਾ ਅਰਥ ਹੈ ਜੋ ਭਾਗਾਂ ਵਿੱਚ ਲਿਖਿਆ ਉਹ ਮਿਲਣਾ, ਅਤੇ ਲਿਖਿਆ ਕੀ ਹੈ ਜੋ ਕਰਮ ਕੀਤਾ। ਅੱਧੀ ਦਿਹਾੜੀ ਲਾਈਏ ਤੇ ਅੱਧੀ ਦਿਹਾੜੀ ਦੇ ਪੈਸੇ, ਪੂਰੀ ਲਾਈਏ ਤੇ ਪੂਰੀ ਦੇ ਮਿਲਣਗੇ। ਕਹੋ ਸਤਨਾਮ ਸ੍ਰੀ। ਭਾਵ ਜੋ ਕਰਮ ਕੀਤਾ ਉਹ। ਮੱਥੇ ਦਾ ਦੂਜਾ ਅਰਥ ਹੈ ਰਿੜਕਣਾ। ਜੇ ਘੜੇ ਦੇ ਵਿੱਚ ਦੁੱਧ ਪਾਇਆ, ਚੰਗੇ ਕਰਮ ਹੈ, ਰਿੜਕੇਗਾ ਤਾਂ ਮੱਖਣੀ ਨਿਕਲ ਆਵੇਗੀ। ਜੇ ਘੜੇ ਦੇ ਵਿੱਚ ਪਾਣੀ ਰਿੜਕੀ ਜਾਂਦਾ ਤੇ ਫਿਰ ਉਹ 'ਚੋਂ ਕੀ ਨਿਕਲਣਾ, ਉਹ 'ਚੋਂ ਦੁੱਖ ਹੀ ਹੈ। ਰਿੜਕ ਰਿੜਕ ਕੇ ਬਾਹਾਂ ਹੀ ਦੁਖਣਗੀਆਂ। ਇਸ ਕਰਕੇ ਜੇਹਾ ਬੀਜੈ ਸੋ ਮੱਥੈ, ਭਾਵ ਜੋ ਰਿੜਕਣਾ, ਜੋ ਬੀਜਦਾ ਹੈ ਉਹ ਵੱਢਣਾ ਪੈਂਦਾ ਹੈ। ਮੱਥੈ ਜੋ ਲਿਖਿਆਸ। ਤੋ ਇਸੇ ਤਰ੍ਹਾਂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ। ਇਹ ਮਨੁੱਖ ਜਿਹੜਾ ਹੈ ਮਨਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਗੁਰੂ ਤੋਂ ਬਗੈਰ ਸ਼ਾਂਤੀ ਨਹੀਂ ਆਉਣੀ। ਰਹਿੰਦੇ 3-4 ਪਦੇ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, ਕਿਉਂਕਿ ਪਾਤਸ਼ਾਹ ਜੀ ਗੱਲ ਕਰ ਰਹੇ ਹੈ ਕਿ ਗੁਰੂ ਤੋਂ ਪੁੱਛੇ ਬਿਨਾਂ ਗੱਲ ਨਹੀਂ ਬਣਨੀ। ਜਿਸ ਤਰ੍ਹਾਂ ਬਚਪਨ ਵਿੱਚ ਮਾਂ ਗੁਰੂ ਬਣਦੀ ਆ ਬੱਚੇ ਦੀ, ਫਿਰ ਪਿਓ ਗੁਰੂ ਬਣਦਾ, ਫਿਰ ਉਸਤਾਦ ਮਾਸਟਰ ਗੁਰੂ ਬਣਦੇ ਆ। ਫਿਰ ਅਸੀਂ ਅੱਗੇ ਜਾ ਕੇ ਵਰਕਸ਼ਾਪਾਂ 'ਤੇ ਪਹੁੰਚੇ, ਉੱਥੇ ਵੀ ਸਾਨੂੰ ਗੁਰੂ ਮਿਲਿਆ। ਫਿਰ ਕਿਸੇ ਨੇ ਡਰਾਈਵਰੀ, ਕਨੈਕਟਰੀ, ਕਿਸੇ ਨੇ ਗੁਰੂ ਪਿਆਰੋ ਸੰਸਾਰ ਦੇ ਕੰਮ ਸਿੱਖਣੇ ਚਾਹੇ, ਉੱਥੋਂ ਵੀ ਕਿਸੇ ਜਾਣਕਾਰ ਤੋਂ ਹੀ ਸਿੱਖਿਆ ਗਿਆ, ਉਹ ਵੀ ਉਸਤਾਦ ਬਣਿਆ, ਗੁਰੂ ਬਣਿਆ। ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਨੂੰ ਹੋਰ ਸਫਲੀਕਰਨ ਵਾਸਤੇ ਸਾਨੂੰ ਗੁਰੂ ਨਾਨਕ ਦੀ ਵੀ ਲੋੜ ਹੈ। ਤਾਂ ਤੇ ਸਤਿਗੁਰ ਸਾਚੀ ਸਿੱਖ ਸੁਨਾਈ, ਹਰ ਚੇਤੋ ਅੰਤ ਹੋਏ ਸਖਾਈ। ਹਰ ਅਗਾਮੇ ਅਗੋਚਰ ਅਨਾਥ ਅਜੋਨੀ, ਸਤਿਗੁਰ ਕੈ ਭਾਏ ਪਾਵਣਿਆ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਨਾਲ ਪ੍ਰੇਮ ਕਰਕੇ ਅਸੀਂ ਉਸ ਪਰਮੇਸ਼ਰ ਨੂੰ ਪਾ ਸਕਦੇ ਹਾਂ ਜਿਹੜਾ ਸਾਡਾ ਹਰ ਥਾਂ 'ਤੇ ਰਕਸ਼ਾ ਕਰਨ ਵਾਲਾ ਹੈ। ਖੈਰ, ਰਹਿੰਦੇ 3 ਪਦੇ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਕਾਟ ਹੋ ਜਾਂਦੇ।
ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।